किथे नू माता जावांगे, 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 किथे नू माता जावांगे। उतो पैगी रात हनेरी, उतो पैगी रात हनेरी, किथे नू माता जावांगे, किथे नू माता जावांगे। उतो पैगी रात हनेरी, किथे नू माता जावांगे, किथे नू माता जावांगे। उतो पैगी रात हनेरी, किथे नू माता जावांगे, किथे नू माता जावांगे। जिथे ले जावे करतार, जिथे ले जावे महाराज, उथे नू लालो जावांगे, उथे नू बच्चियो जावांगे। ले जावे करतार, उथे नू लालो जावांगे, उथे नू लालो जावांगे। जिथे ले जावे करतार, उथे नू लालो जावांगे, उथे नू लालो जावांगे। गंगू दे पिंड सोड़ी, उथे नू बच्चियो, उथे नू लालो जावांगे। उते पिंड सहेड़ी, उते नू लालो जावांगे, उते नू लालो जावांगे। गंगू पिंड सहेड़ी, उते नू लालो जावांगे, उते नू लालो जावांगे। परम सत्कारयोग गुरां की साजी नवाजी साध संगत जी, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਪ ਆਪਣੇ ਦੁਨਿਆਵੀ ਧੰਦਿਆਂ ਤੋਂ ਛੁਟਕਾਰਾ ਪਾ ਕੇ ਕੁਝ ਸਮੇਂ ਵਾਸਤੇ ਉਸ ਗੁਰੂ ਸਾਹਿਬ ਦੇ ਪਾਵਨ ਤੇ ਪਵਿੱਤਰ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਉਸ ਗੁਰੂ ਜੀ ਦੇ ਪਰਉਪਕਾਰ ਚੇਤੇ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਬਸਦਾ ਤੇ ਰਸਦਾ ਘਰ ਪਰਿਵਾਰ ਛੱਡਿਆ, ਪਰ ਖਾਲਸੇ ਦਾ ਸਿਰ ਉੱਚਾ ਕਰਨ ਵਾਸਤੇ। ਦੇਖੋ ਹਰ ਇੱਕ ਪਾਸੇ ਤੋਂ ਕੇਵਲ 41 ਸਾਲ 9 ਮਹੀਨੇ ਤੇ ਕੁਝ ਕੁ ਦਿਨਾਂ ਦੀ ਉਮਰ ਬਣਦੀ ਹੈ, ਮਰਦ ਦੀ ਪੂਰੇ 42 ਸਾਲ ਦੀ ਨਹੀਂ ਬਣਦੀ ਹੈ। ਪਰ ਚਲੋ ਇਹ ਹੈ ਵੀ 42 ਸਾਲ ਵੀ ਪੂਰੇ ਕਹਿ ਲਓ, ਪਰ 42 ਸਾਲਾਂ ਵਿੱਚ ਕਿੱਡੇ ਕਿੱਡੇ ਧਰਮ ਸਾਜ ਦਿੱਤੇ ਮਹਾਰਾਜ ਜੀ ਨੇ। ਏਡਾ ਵੱਡਾ ਧਰਮ ਸਾਜ ਦਿੱਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਜਿਸ ਧਰਮ ਵਰਗਾ ਕੋਈ ਹੋਰ ਨਹੀਂ ਕਹਿ ਸਕਦੇ, ਪ੍ਰਮਾਣ ਨਹੀਂ ਦੇ ਸਕਦੇ ਵੀ ਆਹ ਸਿੱਖਾਂ ਵਰਗਾ ਵੀ ਆਹ ਵੀ ਕੋਈ ਧਰਮ ਹੈ। ਜਿੱਦੇ ਗੱਲ ਕਹੀ ਜਾਊ ਨਾ ਵੀ ਇਹ ਸਿੱਖ ਧਰਮ ਦੇ ਨਾਲੋਂ ਅੱਗੇ ਧਰਮ ਇੱਕ ਹੋਰ ਬੈਠਾ, ਉਹਦੇ ਅਸੀਂ ਮੰਨ ਲਵਾਂਗੇ। ਜਦੋਂ ਵੀ ਕੋਈ ਇਹ ਗੱਲ ਕਹੂਗਾ ਫਿਰ ਉਸੇ ਵਕਤ ਇਤਿਹਾਸ ਦਾ ਜ਼ਿਕਰ ਕੀਤਾ ਜਾਊਗਾ ਵੀ ਦੇਖੋ ਕਲਗੀਧਰ ਪਾਤਸ਼ਾਹ ਅੱਜ ਦਾ ਜਿਹੜਾ ਮਨੁੱਖ ਹੈ ਉਹ ਇੱਕ ਖੁੱਡ ਜ਼ਮੀਨ ਦਾ ਨਹੀਂ ਆਪਣਾ ਛੱਡਦਾ, ਇੱਕ ਖੁੱਡ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੁੱਲ ਜਗ੍ਹਾ ਲੈ ਕੇ, ਆਪ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੁੱਲ ਲੈ ਕੇ ਜਗ੍ਹਾ, ਫਿਰ ਉਹ ਮਹਿਲ ਬਣਾਇਆ ਮਾਖੋਵਾਲ ਸਾਹਿਬ ਦੀ। ਜਦੋਂ ਕਲਗੀਧਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਗ੍ਹਾ ਲਈ ਨਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾ ਕੇ ਪਹਾੜੀ ਰਾਜਿਆਂ ਤੋਂ ਮੁੱਲ ਜਗ੍ਹਾ ਖਰੀਦੀ।
ਉਸ ਜਗ੍ਹਾ ਉੱਤੇ ਇੱਕ ਬਦਰੂ ਰਹਿੰਦੀ ਸੀ। ਜਿਵੇਂ ਅੱਜ ਦੇ ਲੋਕ ਕਈ ਮੰਨਦੇ ਨਹੀਂ ਵੀ ਭੂਤ ਪ੍ਰੇਤ ਤਾਂ ਹੁੰਦੇ ਨਹੀਂ ਜੀ, ਮੈਂ ਜਿੱਦਿਆ ਕਿ ਗਲ ਫੜ ਲਿਆ ਉੱਦੇ ਪਤਾ ਲੱਗ ਜੂ ਤੁਹਾਨੂੰ। ਦੇਖੋ ਇਤਿਹਾਸ ਦੇ ਵਿੱਚ ਜ਼ਿਕਰ ਹੈ, ਇਹ ਗੁਰ ਇਤਿਹਾਸ ਹੈ ਸਾਡਾ। ਉੱਥੇ ਐਸੀ ਬਦਰੂ ਰਹਿੰਦੀ ਸੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਹਿਲ ਜਦੋਂ ਬਣਾਉਣਾ ਸ਼ੁਰੂ ਕਰ ਦਿੱਤਾ, ਨੀਂਹ ਪੱਥਰ ਰੱਖ ਦਿੱਤੀ, ਮਹਾਰਾਜ ਜੀ ਵਿਸ਼ਰਾਮ ਕਰਦੇ ਨੇ। ਉਹ ਇੱਕ ਅੱਖ ਤੋਂ ਕਾਣਾ ਦੈਂਤ ਸੀ ਜਿਹਦਾ ਨਾਮ ਸੀ ਮੱਖਾ ਦੈਂਤ। ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਆ ਕੇ ਖੜ ਗਿਆ, ਆਪਣੀ ਸ਼ਕਤੀ ਵਿਖਾਉਣ ਲੱਗਿਆ। ਜਦੋਂ ਕੋਈ ਵੀ ਸ਼ਕਤੀ ਨਾ ਚੱਲੀ ਫਿਰ ਚਰਨ ਫੜ ਲਏ, ਮਹਾਰਾਜ ਇਹ ਜਗ੍ਹਾ ਮੇਰੀ ਸੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਜੇ ਤੇਰੀ ਜਗ੍ਹਾ ਸੀ ਮੈਂ ਤਾਂ ਮੁੱਲ ਲਈ ਹੈ, ਫਿਰ ਮੈਂ ਕਿਹੜਾ ਦੱਬੀ ਹੈ, ਮੇਰੀ ਜਗ੍ਹਾ ਆਪਣੀ, ਮੈਂ ਮੁੱਲ ਖਰੀਦੀ ਹੈ। ਮਹਾਰਾਜ ਫਿਰ ਹੁਣ ਮੈਂ ਕੀ ਕਰਾਂ, ਮੈਂ ਕਿੱਥੇ ਰਵਾਂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਵਿਲਾਸ ਕਰੇ ਨਾ ਠੀਕ ਆਇਆ, ਫਿਰ ਚਿੱਲੇ ਉੱਤੇ ਤੀਰ ਚੜ੍ਹ ਲਿਆ। ਮਹਾਰਾਜ ਜੀ ਨੇ ਕਹਿੰਦੇ ਖੜ ਜਾ, ਫਿਰ ਮੈਂ ਤੈਨੂੰ ਦਿੰਨਾ ਹੁਣੀ ਪਤਾ। ਉਹ ਜਿਵੇਂ ਸਾਡੇ ਸਿਆਣੇ ਪੁਰਸ਼ ਕਹਿੰਦੇ ਹੁੰਦੇ ਵੀ ਜਿਹੜੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੀ ਇਹੀ ਸੀ, ਜਿਹੜਾ ਹੱਥ ਬੰਨਿਆ ਤੋਂ ਨਾ ਲੋਟ ਆਵੇ, ਕਹਿੰਦੇ ਉੱਥੇ ਫਿਰ ਤਲਵਾਰ ਉਠਾਉਣੀ ਜਾਇਜ਼ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੜ ਜਾ, ਫਿਰ ਤੈਨੂੰ ਮੈਂ ਦਿੰਨਾ ਹੁਣੀ ਪਤਾ। ਜਦੋਂ ਚਿੱਲੇ ਉੱਤੇ ਤੀਰ ਚਾੜਿਆ, ਦੇਖਿਆ ਪਹਾੜੀਆਂ ਉੱਡਣ ਲੱਗ ਗਈਆਂ, ਡਰ ਗਿਆ ਮੱਖਾ ਦੈਂਤ। ਮਹਾਰਾਜ ਫਿਰ ਮੈਨੂੰ ਜਗ੍ਹਾ ਦਿਓ ਰਹਿਣ ਵਾਸਤੇ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਰਿਆ ਸੀ, ਤੇਰੇ ਨਾਂ 'ਤੇ ਨਗਰ ਵਸਾ ਦਿੰਦੇ ਆ। ਤੇਰਾ ਨਾਂ ਕੀ ਹੈ? ਮੇਰਾ ਨਾਂ ਮੱਖਾ ਦੈਂਤ ਹੈ, ਮੈਂ ਇੱਕ ਅੱਖ ਤੋਂ ਕਾਣਾ ਹੈ। ਮਹਾਰਾਜ ਕਹਿਣ ਲੱਗੇ ਤੇਰੇ ਨਾਂ 'ਤੇ ਇਹ ਸ਼ਹਿਰ ਦਾ ਨਾਂ ਰੱਖ ਦਿੰਦਾ ਮੱਖੋਵਾਲ। ਫਿਰ ਸੱਚੇ ਪਾਤਸ਼ਾਹ ਮੈਂ ਰਹਾ ਕਿੱਥੇ? ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਇੱਥੋਂ ਜਾ ਮਾਲਵੇ ਦੀ ਧਰਤੀ ਦੇ ਵਿੱਚ। ਮਾਲਵੇ ਦੀ ਧਰਤੀ ਦੇ ਵਿੱਚ ਇੱਕ ਪ੍ਰਸਿੱਧ ਸ਼ਹਿਰ ਹੈ ਜਿਹਦਾ ਨਾਮ ਹੈ ਬਠਿੰਡਾ ਸ਼ਹਿਰ। ਉੱਥੇ ਬਹੁਤ ਵੱਡਾ ਕਿਲ੍ਹਾ ਹੈ, ਉਸ ਕਿਲ੍ਹੇ ਦੇ ਵਿੱਚ ਜਾ ਕੇ ਤੂੰ ਵਿਸ਼ਰਾਮ ਕਰ। ਗੁਰੂ ਤੇਗ ਬਹਾਦਰ ਮਹਾਰਾਜ ਦਾ ਹੁਕਮ ਪਾ ਕੇ ਫਿਰ ਉਹ ਮੱਖਾ ਦੈਂਤ ਬਠਿੰਡੇ ਵਾਲੇ ਕਿਲ੍ਹੇ ਦੇ ਵਿੱਚ, ਜਿੱਥੇ ਅੱਜ ਗੁਰਦੁਆਰਾ ਬੜਾ ਸੁੰਦਰ ਬਣਿਆ ਹੋਇਆ ਬਠਿੰਡੇ ਕਿਲ੍ਹੇ ਦੇ ਵਿੱਚ, ਉੱਥੇ ਆ ਕੇ ਉਹਨੇ ਵਿਸ਼ਰਾਮ ਕੀਤਾ। ਮਹਾਰਾਜ ਜੀ ਨੇ ਕਹਿਣ ਤੋਂ ਭਾਵ ਮਹਿਲ ਬਣਾ ਲਿਆ ਬੜਾ ਸੁੰਦਰ, ਅਨੰਦਪੁਰ ਸਾਹਿਬ ਦਾ ਜਿਹੜਾ ਉਹ ਕਿਲ੍ਹਾ ਬਣਾਇਆ ਇੰਨਾ ਵਧੀਆ, ਉਹਦੇ ਵਿੱਚ ਰਿਹਾਇਸ਼ ਕੀਤੀ। ਮੱਖੋਵਾਲ ਸਾਹਿਬ ਤੋਂ ਫਿਰ ਇਹ ਧਰਤੀ ਦਾ ਨਾਮ ਬਦਲ ਕੇ ਆਪਣੀ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ ਦਾ ਨਾਂ ਸੀ ਮਾਤਾ ਨਾਨਕੀ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮਹਿਲ। ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਮਾਤਾ ਜੀ ਉੱਥੇ ਆ ਗਏ, ਮੱਖੋਵਾਲ ਤੋਂ ਨਾਂ ਬਦਲ ਕੇ ਫਿਰ ਨਾਂ ਚੱਕ ਨਾਨਕੀ ਨਾਂ ਰੱਖ ਦਿੱਤਾ ਉਹਦਾ, ਚੱਕ ਨਾਨਕੀ। ਅੱਗੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਾਰੀ ਆਈ, ਉਸ ਜਾ ਕੇ ਧਰਤੀ ਦੇ ਉੱਤੇ ਬੈਠੇ, ਰਮਣੀਕ ਧਰਤੀ ਬੜੀ ਸੁੰਦਰ, ਪਹਾੜੀਆਂ ਨੇ ਆਲੇ ਦੁਆਲੇ, ਠੰਡੀ ਸੀਤ ਹਵਾ ਆਉਂਦੀ ਹੈ, ਸਤਲੁਜ ਦਾ ਕੰਢਾ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਫਿਰ ਖਾਲਸੇ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾ ਕੇ ਫਿਰ ਜਦੋਂ ਆਪ ਬਾਜਾਂ ਵਾਲੇ ਤਖਤਾਂ ਵਾਲੇ ਉਸ ਫੌਜਾਂ ਦੇ ਦਰਮਿਆਨ ਬੈਠੇ, ਕਹਿੰਦੇ ਬੜਾ ਆਨੰਦ ਹੈ ਆਹ ਧਰਤੀ 'ਤੇ ਖਾਲਸਾ ਜੀ, ਬੜਾ ਆਨੰਦ ਹੈ। ਅੰਮ੍ਰਿਤ ਛਕਾ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪ ਛਕਿਆ, ਨਾਲੇ ਸਿੱਖਾਂ ਨੂੰ ਛਕਾਇਆ। ਫਿਰ ਕਿਹਾ ਭਾਈ ਇਹਦਾ ਨਾਂ ਅੱਜ ਤੋਂ ਅਨੰਦਪੁਰ ਸਾਹਿਬ ਹੈ, ਇੱਥੇ ਆਨੰਦ ਬੜਾ ਹੈ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਕਿਹਾ ਜਾਂਦਾ ਖਾਲਸਾ ਜੀ ਅੱਜ ਤੋਂ ਤੁਹਾਡੀ ਜਾਤ ਗੋਦ ਪਿਛਲੀ ਸਭ ਕੁਝ ਮਿਟ ਗਈ, ਅੱਜ ਤੋਂ ਤੁਸੀਂ ਵਾਸੀ ਕਿੱਥੋਂ ਦੇ ਹੋ? ਅਨੰਦਪੁਰ ਸਾਹਿਬ ਦੇ। ਨਾਨਕੇ ਗੁਰੂ ਕੇ ਲਾਹੌਰ। ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਜੀ। ਅੰਮ੍ਰਿਤ ਛਕਾਉਣ ਵੇਲੇ ਸ਼ਬਦ ਦੱਸੇ ਜਾਂਦੇ ਨੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਹਿਣ ਤੋਂ ਭਾਵ ਫਿਰ ਉਹ ਜਿਹੜਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਵਸਾਇਆ। ਅਤੇ ਪੌਣੇ 42 ਸਾਲ ਦੀ ਉਮਰ ਸੀ ਜਦੋਂ ਪਾਈ ਧਾਰ ਦੇ ਪਹਾੜੀ ਰਾਜਾ ਨਾਲ ਜੰਗ ਹੋਇਆ, ਅਤੇ 1 ਮਿੰਟ ਵਿੱਚ ਦੀ ਛੱਡ ਕੇ ਮਹਾਰਾਜ ਜੀ ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮੁਸਾਫਰ ਤੁਰ ਗਏ।
ਜੋ ਤੁਹਾਡਾ ਜਿਗਰਾ ਸੀ ਵਿਆਹ ਤੇ ਨਾਲ ਮੌਤ ਦੇ ਚਾਰੇ, ਅਜ ਤਾਈਓ ਤੁਹਾਨੂੰ ਜੀ ਦੁਨੀਆ ਸੀਸ ਝੁਕਾਉਂਦੀ ਸਾਰੇ। ਇਸ ਕਰਕੇ ਅਸੀਂ ਉਹ ਸਾਡਾ ਵਿਰਸਾ ਹੈ, ਸਾਡਾ ਇਤਿਹਾਸ ਹੈ, ਸਾਡੇ ਪਿਤਾ, ਕਿਉਂਕਿ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਖਾਲਸੇ ਦੇ ਪਿਤਾ ਨੇ, ਉਸ ਪਿਤਾ ਨੇ ਆਪਣਾ ਘਰ-ਬਾਰ ਛੱਡ ਦਿੱਤਾ, 1 ਮਿੰਟ ਲਾਇਆ, ਪਕੜ ਨਹੀਂ ਕਰੀ। ਇਹ ਸਾਡਾ ਇਤਿਹਾਸ ਹੈ। ਤਾਂ ਕਰਕੇ ਵੀ ਕਿਤੇ ਇਹ ਬਾਰ-ਬਾਰ ਦੁਹਰਾਉਂਦੀ ਹੈ ਸਾਡੀ ਕੌਮ। ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ, ਉੱਥੇ ਸਾਰਾ ਸੀਨ ਚੇਤੇ ਆ ਜਾਂਦਾ। ਓਏ ਮਹਾਰਾਜ ਨੇ ਕਿਵੇਂ ਕਿਲਾ ਛੱਡਿਆ ਹੋਣਾ ਹੈ, ਕਿਵੇਂ ਸਰਸਾ ਉੱਤੇ ਜਾ ਕੇ ਜਿੱਥੇ ਜਿੱਥੇ ਮੁਬਾਰਕ ਚੱਲਣ ਪਾਏ, ਉੱਥੇ ਉੱਥੇ ਅੱਜ ਗੁਰੂ ਘਰ ਬਣੇ ਹੋਏ ਨੇ। ਫਿਰ ਮਾਤਾ ਗੁਜਰੀ ਜੀ ਬਿਰਧ 80 ਸਾਲ ਦੀ, ਤੇ 7 ਤੇ 9 ਸਾਲ ਦੇ ਦੋਨੋਂ ਸਾਹਿਬਜ਼ਾਦੇ ਸਨ, ਜਿਹੜੇ ਸਰਸਾ ਤੋਂ ਵਿਛੜ ਗਏ। ਜਦੋਂ ਪੁੱਛਦੇ ਨੇ ਮਾਤਾ ਕਿੱਥੇ ਜਾਵਾਂਗੇ, ਕਹਿੰਦੇ ਗੰਗੂ ਦੇ ਪਿੰਡ। 1 ਰਾਤ ਕੁੰਮਾ ਮਾਸ਼ਕੀ ਦੀ ਉਸ ਛੰਨ ਦੇ ਵਿੱਚ ਵੀ ਮਾਤਾ ਨੇ ਵਿਸ਼ਰਾਮ ਕੀਤਾ। ਫਿਰ ਗੰਗੂ ਦੇ ਘਰ, ਕਹਿਣ ਤੋਂ ਭਾਵ ਸਾਡਾ ਮਹਾਨ ਵਿਰਸਾ ਹੈ, ਸਾਡਾ ਅਮੀਰ ਵਿਰਸਾ ਹੈ। ਇਹ ਨਹੀਂ ਵੀ ਐਵੇਂ ਮੰਗ ਖਾਣੇ ਸਾਧਿਆਂ ਚੇਲਿਆਂ। ਜਦੋਂ ਸਿੱਖ ਯਾਦ ਕਰੂਗਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਡਾ ਪਿਤਾ, ਤੇ ਸਰਸਾ ਤੋਂ ਵੀ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਦੀ ਫੌਜ, ਇੱਕ ਪਾਸੇ ਭੁੱਖੇ ਢਿੱਡ ਤੋਂ 40 ਸਿੱਖ। ਜੰਗ ਹੋਇਆ 2 ਦਿਨ, 2 ਪੁੱਤਰ ਸ਼ਹੀਦ ਹੋ ਗਏ। ਮਾਛੀਵਾੜੇ ਦੇ ਜੰਗਲਾਂ ਵਿੱਚ ਫਿਰ ਮਹਾਰਾਜ ਜੀ ਨੇ ਜਾ ਕੇ ਆਸਣ ਲਾ ਲਿਆ ਆਪਣਾ। ਸਿੱਖੋ, ਇਹ ਸਾਡਾ ਵਿਰਸਾ ਹੈ। ਜਦੋਂ ਅਸੀਂ ਇਹ ਦਿਨ ਯਾਦ ਕਰਾਂਗੇ ਅੱਗੇ, 7 ਰਾਤਾਂ ਕਹਿਰ ਦੀਆਂ ਇੱਕ ਪਿਤਾ ਦੇ ਉੱਤੇ ਗੁਜ਼ਰੀਆਂ ਹੋਣ, ਉਹਨੂੰ ਪੁੱਛ ਕੇ ਵੇਖੋ ਉਹਨੇ ਗੁਜ਼ਾਰੀਆਂ ਕਿਹਦੇ ਵਾਸਤੇ? ਸਾਡੇ ਵਾਸਤੇ। 7 ਰਾਤਾਂ ਕਹਿਰ ਦੀਆਂ, 6 ਪੋਹ ਤੋਂ ਲੈ ਕੇ 13 ਪੋਹ ਤੱਕਰ, ਜਿਹਦੇ ਵਿੱਚ 5 ਮੈਂਬਰ ਤਾਂ ਸਾਹਮਣੇ ਸ਼ਹੀਦ ਹੋ ਗਏ ਮਹਾਰਾਜ ਜੀ ਦੇ। ਤੇ ਉਦੋਂ ਪਹਿਲਾਂ ਮਾਤਾ ਜੀਤੋ ਜੀ, ਮਾਤਾ ਗੁਜਰੀ ਦੀ ਨੂੰਹ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ, ਤੇ 6 ਪੋਹ ਤੋਂ ਲੈ ਕੇ 13 ਪੋਹ ਤੱਕਰ 2 ਵੱਡੇ ਸਾਹਿਬਜ਼ਾਦੇ, 2 ਛੋਟੇ ਸਾਹਿਬਜ਼ਾਦੇ, ਤੇ ਮਾਤਾ ਗੁਜਰੀ ਜੀ ਜਿਹਦੇ ਘਰ ਦੇ ਵਿੱਚੋਂ ਇਹ 7 ਮੈਂਬਰ, 5 ਮੈਂਬਰ ਵਾਹਿਗੁਰੂ ਜੀ 7 ਦਿਨਾਂ ਦੇ ਵਿੱਚ ਗਏ ਹੋਣ। ਇੱਕ ਕੋਈ ਪੁਰਾਣੀ ਚੜ੍ਹਾਈ ਕਰ ਜੇ 10ਵੇਂ ਦਿਨ ਭੋਗ ਪੈਂਦਾ ਉਹਦਾ, ਪਰ 7 ਦਿਨਾਂ ਦੇ ਵਿੱਚ ਇਹ ਪਰਿਵਾਰ ਦੇ 5 ਮੈਂਬਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਤੁਰ ਗਏ। ਕਿਹਦੇ ਵਾਸਤੇ? ਸਿੱਖ ਕੌਮ ਦਾ ਸਿਰ ਉੱਚਾ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ਼ਹਾਦਤ ਦਿੱਤੀ। ਇਹ ਕੌਮ ਹੀ ਜਿਹੜੀ ਹੈ ਨਾ, ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਖਾਲਸਾ ਸਾਜ ਦਿੱਤਾ। ਮਹਾਰਾਜ ਜੀ ਕਹਿੰਦੇ ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਵਿਰਧ ਸੋ ਵਿਰਧ, ਖਾਲਸਾ ਮੇਰਾ। ਮਹਾਰਾਜ ਜੀ ਨੇ ਸਾਰੇ ਬਾਰੀ ਆਪਣੇ ਖਾਲਸੇ ਨੂੰ ਦੇ ਦਿੱਤੇ। ਤੇ ਵਕਤੇ ਅਖੀਰ ਕਹਿੰਦੇ ਨਾ ਕਿਤੇ ਚੌੜਾ ਹੋ ਜੀ ਵੀ ਵਰ ਦੇਤੇ ਮੈਨੂੰ ਸਾਰੇ। ਗੱਲ ਸੁਣ ਲਾ ਅਗਲਾ ਮੇਰਾ ਬਚਨ ਜਿਹੜਾ ਬੜਾ ਸਖਤ ਹੈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਹਿੰਦੇ ਖਾਲਸਾ ਜੀ ਗੱਲ ਸੁਣ ਲੈ, ਤੇ ਤੂੰ ਕਿਤੇ ਵਿਪਰਾਂ ਵਾਲੀ ਰੀਤ ਨਾ ਕਰ ਲੱਗ ਜਾਣੀ। ਉਹਦਾ ਕੀ ਭਾਵ ਹੈ ਵਿਪਰਾਂ ਵਾਲੀ ਰੀਤ ਦਾ? ਵੀ ਮੈਂ ਦੇਖ 2 ਵਜੇ ਅੰਮ੍ਰਿਤ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਜਾਗ ਕੇ ਆਸਾ ਦੀ ਵਾਰ ਦਾ ਕੀਰਤਨ ਕਰਦਾ, ਨਿਤਨੇਮ ਕਰਦਾ। ਖਾਲਸਾ ਜੀ ਤੂੰ ਕਿਤੇ ਭੁੱਲ ਨਾ ਜਾਈਂ। ਸਰਸਾ ਦੇ ਕੰਢੇ ਉੱਤੇ 2 ਵਜੇ ਸੀ ਤੇ ਰਾਤ ਦਾ ਮੀਂਹ ਪੈਂਦਾ ਸੀ। ਦੇਖ ਲਓ ਸਰਸਾ ਉੱਪਰ ਦੀ ਚੱਲਦਾ ਸੀ। ਮੈਂ ਉੱਥੇ ਬਹਿ ਕੇ ਵੀ ਕੀਰਤਨ ਕਰਿਆ। ਪਹਿਲੇ ਦਿਨ ਮੈਂ ਚਮਕੌਰ ਦੀ ਗੜੀ ਵਿੱਚ ਪੁੱਤਰ ਸ਼ਹੀਦ ਹੋ ਗਏ, ਫਿਰ ਵੀ ਆਸਾ ਦੀ ਵਾਰ ਦਾ ਕੀਰਤਨ ਤੇ ਨੇਮ ਦੇ ਨਾਲ ਜੁੜਿਆ ਰਿਹਾ। ਓਏ ਸਿੱਖਾ ਤੇਰੇ ਮਨ ਵਿੱਚ ਇਹੋ ਹੀ ਪ੍ਰੇਮ ਬਣਿਆ ਰਵੇ। ਕਿਹੜਾ? ਤੇਰੇ ਮਨ ਵਿੱਚ ਹਰ ਵਕਤ ਇਹੀ ਰਹੇ। ਉਹ ਜੇ ਮੈਂ ਅੱਜ ਨਾ ਸੁਣੀ ਗੁਰਬਾਣੀ, ਆ ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਸੁਣੀ ਗੁਰਬਾਣੀ, ਨਿਤਨੇਮ
ਟੁੱਟ ਜਾਊਗਾ ਜੇ ਮੈਂ ਅੱਜ ਨਾ ਸੁਣੀ ਗੁਰਬਾਣੀ ਆਨੋ ਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਸੁਣੀ ਗੁਰਬਾਣੀ ਨਿਤ ਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਸੁਣੀ ਗੁਰਬਾਣੀ ਨਿਤ ਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਸੁਣੀ ਗੁਰਬਾਣੀ ਨਿਤ ਨੇਮ ਟੁੱਟ ਜਾਊਗਾ। ਮਾਰੇ ਕਹਿੰਦੇ ਖਾਲਸਾ ਜੀ ਤੇਰਾ ਜੀਵਨ ਦੁਨੀਆ ਦੇ ਨਾਲੋਂ ਵੱਖਰਾ ਹੋਵੇ ਪਰ ਅੱਜ ਅਸੀਂ ਉਹਨਾਂ ਦੇ ਨਾਲ ਹੀ ਮਿਲ ਗਏ ਆਪਣਾ ਨਿਆਰਾਪਨ ਛੱਡ ਕੇ ਉਹਨਾਂ ਦੇ ਵਿੱਚ ਜਾ ਰਲੇ ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇੱਕ ਆਜੜੀ ਭੇਡਾਂ ਚਾਰਦਾ ਹੈ ਬੱਕਰੀਆਂ ਚਾਰਦਾ ਹੈ ਜੰਗਲ ਵਿੱਚ ਜਾ ਵੜਿਆ ਭੇਡਾਂ ਲੈ ਕੇ ਉੱਥੇ ਇੱਕ ਸ਼ੇਰ ਦਾ ਬੱਚਾ ਸੀ ਛੋਟਾ ਜਿਹਾ ਬੱਚਾ ਨਿੱਕਾ ਜਿਹਾ ਕਿਤੇ ਉਹ ਭੱਜ ਕੇ ਜਾ ਕੇ ਭੇਡਾਂ ਦੇ ਉਸ ਇੱਜੜ ਦੇ ਨਾਲ ਜਾ ਰਲਿਆ ਜਦੋਂ ਸਾਰਾ ਦਿਨ ਭੇਡਾਂ ਨੇ ਘਾਹ ਫੂਸ ਖਾਧਾ ਸ਼ਾਮ ਨੂੰ ਘਰੇ ਆ ਗਈਆਂ ਉਹ ਬੱਚਾ ਵੀ ਨਾਲ ਹੀ ਆ ਗਿਆ ਆ ਕੇ ਉਹ ਬਾੜੇ ਦੇ ਵਿੱਚ ਸਾਰੀਆਂ ਭੇਡਾਂ ਬੰਦ ਕਰ ਦਿੱਤੀਆਂ ਵਿੱਚ ਹੀ ਬੱਚਾ ਉਹ ਹੁਣ ਉਹਨਾਂ ਦੇ ਦੁੱਧ ਪੀਂਦਾ ਉਹਨਾਂ ਦੇ ਨਾਲ ਹੀ ਵਿਚਰਦਾ ਪਰ ਹੈ ਬੱਚਾ ਸ਼ੇਰ ਦਾ ਇਸ ਤਰ੍ਹਾਂ ਕੁਝ ਕੁ ਸਮਾਂ ਕਹਿ ਲੋ 5-7 ਮਹੀਨੇ ਨਾਲ ਰਿਹਾ ਉਹ ਭੁੱਲ ਗਿਆ ਆਪਣੇ ਆਪ ਨੂੰ ਵੀ ਮੈਂ ਸ਼ੇਰ ਦਾ ਬੱਚਾ ਹਾਂ ਜਦੋਂ ਇਸ ਤਰ੍ਹਾਂ ਉਹ ਕਰਦਿਆਂ ਕਾਫੀ ਸਮਾਂ ਬਤੀਤ ਹੋ ਗਿਆ ਹੁਣ ਉਹ ਆਪਣੇ ਆਪ ਨੂੰ ਸ਼ੇਰ ਛੱਡ ਕੇ ਭੇਡਾਂ ਦਾ ਬੱਚਾ ਹੀ ਸਮਝਣ ਲੱਗ ਗਿਆ ਵੀ ਮੈਂ ਤਾਂ ਇਹਨਾਂ ਵਰਗਾ ਹੀ ਆ ਮੈਂ ਜਦੋਂ ਇਹਨਾਂ ਦੇ ਘਰੇ ਰਹਿਣਾ ਦੁੱਧ ਪੀਣਾ ਤੇ ਨਾਲ ਮੈਨੂੰ ਲੈ ਕੇ ਜਾਂਦੇ ਨੇ ਸ਼ਾਮ ਨੂੰ ਮੈਨੂੰ ਘਰ ਲਿਆ ਕੇ ਬੰਦ ਕਰ ਦਿੰਦੇ ਨੇ ਬੰਨ੍ਹ ਦਿੰਦੇ ਨੇ ਉਹ ਆਪਣੀ ਔਕਾਤ ਭੁੱਲ ਗਿਆ ਬਖਤੇ ਅਖੀਰ ਇੱਕ ਦਿਨ ਉਹ ਸਾਰੀਆਂ ਭੇਡਾਂ ਜੰਗਲ ਦੇ ਵਿੱਚ ਜਦੋਂ ਆ ਜਿਹੜੀ ਚਾਰ ਹੈ ਉਧਰ ਕਹਿੰਦੇ ਸ਼ੇਰ ਬੁੱਕਿਆ ਜੰਗਲ ਦੇ ਵਿੱਚ ਭਾਈ ਗੁਰਦਾਸ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਸਿੰਘ ਨਾਮ ਸ਼ੇਰ ਦਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਕਹਿੰਦੇ ਜਦੋਂ ਇੱਕ ਵਾਰੀ ਸ਼ੇਰ ਆਪਣੀ ਬੜਕ ਮਾਰ ਦੇਵੇ ਜੰਗਲ ਦੇ ਵਿੱਚ ਜਿੰਨੇ ਵੀ ਗਿੱਦੜ ਨੇ ਜਿੰਨੇ ਹੋਰ ਜਾਨਵਰ ਨੇ ਸਾਰੇ ਕਹਿੰਦੇ ਉਹ ਲੁਕ ਜਾਂਦੇ ਨੇ ਹੁਣ ਸ਼ੇਰ ਗਰਜਿਆ ਜੰਗਲ ਦੇ ਵਿੱਚ ਸ਼ੇਰ ਜਦੋਂ ਗਰਜਿਆ ਜੰਗਲ ਦੇ ਵਿੱਚ ਤਾਂ ਸਾਰੀਆਂ ਭੇਡਾਂ ਜਿੰਨੀਆਂ ਸੀ ਭੱਜ ਗਈਆਂ ਸ਼ੇਰ ਦਾ ਬੱਚਾ ਖੜਾ ਰਹਿ ਗਿਆ ਇਕੱਲਾ ਭਾਵੇਂ ਸੰਗਤ ਉਧਰ ਹੋ ਗਈ ਪਰ ਅੰਦਰ ਜਿਹੜੀ ਕਣੀ ਸੀ ਉਹ ਹੈ ਸੀ ਤੇ ਪਿਆਰ ਵਿੱਚ ਆ ਕੇ ਸ਼ੇਰ ਕੋਲ ਆ ਗਿਆ ਉਹ ਕਹਿੰਦਾ ਓਏ ਤੂੰ ਨਹੀਂ ਭੱਜਿਆ ਤੇਰੇ ਨਾਲ ਦੀਆਂ ਸਾਰੀਆਂ ਭੇਡਾਂ ਜਿੰਨੀਆਂ ਸੀ ਭੱਜ ਗਈਆਂ ਤੂੰ ਕੌਣ ਹੈ ਉਹ ਸ਼ੇਰ ਦੇ ਬੱਚੇ ਨੇ ਕਿਹਾ ਜੀ ਮੈਂ ਭੇਡ ਹਾਂ ਉਹ ਕਹਿੰਦੇ ਕਮਲਿਆ ਭੇਡ ਨਹੀਂ ਹੈ ਤੂੰ ਤਾਂ ਸ਼ੇਰ ਹੈ ਸ਼ੇਰ ਜੰਗਲ ਦਾ ਰਾਜਾ ਸਾਰੇ ਦਾ ਉਹ ਬੱਚਾ ਸ਼ੇਰ ਨੂੰ ਕਹਿਣ ਲੱਗਿਆ ਜਾ ਤੂੰ ਕੰਮ ਕਰ ਅਸੀਂ ਤਾਂ ਇੱਕ ਛੋਟੇ ਜਿਹੇ ਬਾੜੇ ਦੇ ਮਾਲਕ ਹਾਂ ਉੱਥੋਂ ਦੇ ਰਾਜੇ ਹਾਂ ਉਹ ਕਹਿਣ ਲੱਗਿਆ ਹੈ ਸ਼ੇਰ ਪਰ ਆਪਣੀ ਅਣਖ ਭੁੱਲ ਗਿਆ ਅੱਜ ਦਾ ਮਨੁੱਖ ਵੀ ਅਣਖ ਭੁੱਲ ਕੇ ਉਹ ਵੀ ਬਸ ਇਹੀ ਕਹਿਣ ਲੱਗ ਪਿਆ ਜੇ ਦੁਨੀਆ ਦੇ ਲੋਕ 7-8 ਵਜੇ ਉੱਠਦੇ ਨੇ ਚੱਲ ਆਪਾਂ ਕਿਹੜਾ ਗਊਆਂ ਪੁੰਨ ਕਰਨੀਆਂ ਇਹ ਕਿਹਾ ਸੀ ਜਬ ਲੋ ਖਾਲਸਾ ਰਹੇ ਨਿਆਰਾ ਕਹਿੰਦੇ ਸਿੱਖਾ
तेरे विच नियारापन चाहिदा है। दुनिया दे लोग पए होण ते गुरु का सिख अंमृत वेले उठ के चलो नहीं गुरुद्वारे जाना, पर वो अंमृत वेले उठ के वाहिगुरु वाहिगुरु या जाप करे, घर विच बैठ के इशनान करके संत अतर सिंह महाराज दे दो बोल मेरे चेते आए, सिखा तेरी किते भी हार नहीं होगी। जिन्हां ने 32 लाख बंदे नूं अंमृत छकाया, उन्हां दे बचन कहण लगे सिखा तेरी कदे भी हार नहीं होनी, तू कलगीधर पातशाह मर्जी गल उत्ते पहरा दे दे। कहंदे उन्हां दी हार नहीं हुंदी जिन्हां दे घर दे विच रात नूं 2 वजे डोल खड़कदे ने, क्योंकि नलके उदों घट हुंदे, खूह ज़्यादा हुंदे। कहंदे वो सिख दी कदे भी जग संसार दे विच हार नहीं हुंदी जिन्हां दे घर विच रात नूं 2 वजे बाल्टी खड़कदी है, भाव 2 वजे बाल्टी भर के सिख इशनान करके वाहिगुरू वाहिगुरू नाल जुड़दा है। कहंदे कदे भी उहदी हार नहीं हो सकदी। वो तू कौन है? कहना मैं भेड़ है। कहना फिर भज जा, तो तू खड़ा क्यों है? वो तू भेड़ नहीं, आ जा मैं तेनू दसदा है, तू तां एक शेर है पर रल गया भेडां दे विच। वो कहन लग्या ये किवें हो सकदा? आ जा चंगा मैं तेनू दसदा। खूह ते चले गए, खूह ते जाके कहंदे शेर ने खूह कन्नी मुख करे अपना, ते उस बच्चे नूं भी कहा तू भी कर, मूँह कर विच नूं। कहना देख जिहा जा मैं, मेरी शक्ल तेरे नाल मिलदी है? कहंदा हाँ। कहना शक्लां अपणियां दोनां दे इक्को जिहियां ने, पर यह की कारण बनिया? कहना चंगा ला मैं बोलूं हुण पहलां। शेर कहंदा फिर तू बोली। कहना जी ठीक है। शेर भड़किया ते उस बच्चे नूं कहा तू भी इस तरह करके दिखा। वो भी बोलिया, फिर दूसरी बार बोलिया, फिर तीसरी बार वो बच्चा भी उस तरह बोलिया। वो भुलिया, ओए तू तो भुल के 5-4 महीने उधरले पासे रल गया। ओए तू है तो शेर दा ही बच्चा है। सिंह बुके मिर्गावली भन्नी जाए ना धीर धरोआ, जिथे बाबा पैर धरे पूजा आसन थापण सेवा। ओ भुलिया तू तो भुल गया, पर याद रखियो जंगल विच केवल ते केवल एक अद्धा ही शेर हुंदा, कोई डार नहीं हुंदी। भी जिवें 20-25 भेडां दीयां डारां जिहां लई जांदे ने, 20-25 बकरियां, 100 कह लो, चलो भी 100 बकरी अगे ला के पिछे एक मनुख लग्या जांदा है। इस तरह ये नहीं किसी ने भी वेख्या होना भी 100 शेर दी डार फिरदी है जंगल दे विच। भाई गुरदास जी कहंदे इक्को ही हुंदा है जिहदा जीवन निराला ते बखरापन हुंदा जिहदे विच। इसे तरह साहिब जी कहन लगे सिखा मैं तैनू अपना सब कुछ बार के कहा सी। कलगीधर पातशाह महाराज जी ने की कहंदे सब कुछ बार के मिली सरदारी, ओ साम साम रखी खालसा। सब कुछ बार के मिली सरदारी, ऐमें ना ग्वाली गाफला। सब कुछ बार के मिली सरदारी, ऐमें ना ग्वाली गाफला। सब कुछ बार के मिली सरदारी, ऐमें ना ग्वाली खालसा। सब कुछ बार के मिली सरदारी, ऐवें ना ग्वाली गाफला। सब कुछ बार के मिली सरदारी, ऐवें ना ग्वाली खालसा। कहन लगे सिंह बुके मिर्गावली वो थोड़े हुंदे ने जिन्हां दे मन विच गुरु दा भै है ते गुरु दे कहे उत्ते चलते ने। जब लग खालसा रह न्यारा, कहंदे जिहड़ा न्यारा रहिंदा ना वो बाले नहीं हुंदे, तो एक अद्धा ही हुंदा। जोड़ो ख्याल। महाराज जी कहंदे कोट मध्य को सगला सेवक होर सगले विहारी, कोटन में नानक को नारायण जह जीत जीत। भाई भखारी नूं पुछया तेरे घर कोई प्रोग्राम लगदा? कहंदे हाँ मेरा पुत्र एक ओदी शादी है, ब्याह है।
सिख कहन लगे शुक्र है। आ अंदर एक पासे मठियाई बन रही है, टेलर वीर कपड़े सिउं रहे ने, भैणां गीत गा रही ने, खुशी का माहौल है, खुशी के बाजे ने, पर तुसी खुशी का कुछ भी नहीं कर रहे। भाई भिखारी कहन लगा क्यों? कहंदे तुसी पाटी हुई बोरी उत्ते बैठे हो थल्ले, ते तुहाडे हत्थ विच एक चिट्टे रंग का कपड़ा है, ते एक सूई है, ते एक धागा है। भाई भिखारी ये जिहड़ा समान तू तैयार कर रहा है ना, ये खुशी का नहीं है समान। भाई भिखारी कहन लग्या ਇਹਦੀ भी लोड़ पैनी है, मैं तां कह भी उदों भज दुक्कड़ दे विच छेती छेती तैयार नहीं होना, पहले तैयार करके रख दिए। चिट्टे रंग का जिहड़ा वो कपड़ा है ना, जिन्हों दुनिया के लोग कफन आखदे ने, वो जिंदगी विच इंसान दे एक वारी ही पैंदा है, पर रब दे फकीर नाम जपण वाले बंदगी करन वाले संत ईसर सिंह जी राड़े वाले जदों अपने पिंड आलोआल तो तुरे, ऐसा वैराग लग्या, एक कफनी बना के गल विच पा ली, कफन चिट्टे रंग दा। ओनू ना कोई इतिहासकारां लिखिया भी ना कोई जेब ना गीजा, ओनू बरकती कहंदे ने, हुण तक जिहड़ा बनाउंदे ने ओनू जेब जी भी ला दिंदे ने। चलो खैर, वो चिट्टे रंग का कपड़ा बना के भाई भिखारी ने एक पासे रख दिता ते सत्कार करया सिखां दा। तुसी धन हो मेरे गुरु साहब नहीं आए मेरे कारज दे विच, उन्हां ने अपना रूप भेज दिता, खालसा मेरो रूप है खास, तुसी धन हो सिखो। अंदर जाके सब कुछ विखाया भाई भिखारी ने, सिखा वास्ते आसन ला दिता। मेरे गुरु कोलों आए ने, वो मेरे बड़े भाग ने। जेड़ा सिख गुरु कोल आवे, सिख दा जेड़ा जीवन है वो एक प्रचार है। बखरी कौम तां है, सिख दा जीवन ही एक प्रचार है। कहण दी लोड़ ना पवे, सिख नूं देख के ओदे जीवन नूं वेख के ही लोग सिख बन जाण भी हाँ ये है। जो सिख भी दुनिया वाले काम जे करता फिरता रहा, फिर अगला कहूगा ये तो उपरों ही शेरां वाला बाणा जी पाया होया, अंदर तो ये कुछ है ही नहीं। महाराज जी कहने लगे, जे तू बखरी कौम है, तू कलगीधर पातशाह महराज दा पुत्र है, ते तेरा जीवन भी, तेरा बाणा भी, तेरी रहत बहत भी दुनिया दे नालों वखरी होनी चाहिए है। हुण भाई भिखारी जी कहन लगे, शुक्र है दाते ने भेजता गुरु अर्जन देव महाराज जी ने। भाई भिखारी सेवा करता फिरता है, ज्ञान दी सब दी, सिखां दी सेवा भी करता है। अगला दिन होया भाई भिखारी दे घर अंमृत वेले श्री आसा जी दी वार दा कीर्तन होया, जिहदी बड़ी वड्डी महानता है। बड़े 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 स्थान, क्योंकि जिहो जिहो जिहा किसी का कोई काम होंदा विचर के आउंदा, देख के आउंदा। बड़े 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 स्थान भी देखे ने जिथे कला केवल नितनेम हुंदा है, जां फिर बाद, क्योंकि ग्रंथी बेचारा कला हुंदा है, फिर वो नितनेम करके उत्थे बैठे बैठे 10 मिनट कथा कर दिंदा है। पर महाराज जी कहंदे, जिथे कीर्तन हुंदा ना, जह कीर्तन तेरा साधु गावे, तह मेरा मन लागै। नाले ए नहीं, कीर्तन 33 करोड़ देवी देवते ने करया। भगवान कृष्ण महाराज ने भी कीर्ति करी परमात्मा दी, शिव जी भगवान ने भी कीर्तन करया, नारद जी ने भी कीर्तन करया। नारद जी सारियां पुरियां विच जाके कीर्तन करते सी। अज अंमृत वेला होया, चलो कहण तो भाव सी भाई भिखारी दे घर आसा जी दी वार दा कीर्तन शुरू हो गया। उधर बीबियां भैणां उठियां, उन्होंने उस पुतल नूं तैयार करया, नहाई धोई कराई ओदी,
ਭਾਈ ਭਿਖਾਰੀ ਜੀ ਦੇ ਇੱਕ ਪੁੱਤਰ ਹੈ ਤੇ ਇੱਕ ਬੱਚੀ ਹੈ, ਇੱਕ ਧੀ ਹੈ। ਕਹਿਣ ਤੋਂ ਭਾਵ ਜਦੋਂ ਘਰ ਵਿੱਚ ਵਿਆਹ ਹੋਵੇ, ਸਭ ਨਾਲੋਂ ਵੱਧ ਖੁਸ਼ੀ ਇੱਕ ਮਾਂ ਨੂੰ ਤੇ ਇੱਕ ਭੈਣ ਨੂੰ ਹੁੰਦੀ ਹੈ। ਭੈਣ ਨੂੰ ਹੁੰਦੀ ਹੈ ਮੈਂ ਅੱਜ ਸਿਹਰੇ ਬੰਨਣੇ ਆਪਣੇ ਵੀਰ ਦੇ, ਤੇ ਮਾਂ ਨੂੰ ਕਹਿੰਦੇ ਜਦੋਂ ਤੋਂ ਪੁੱਤਰ ਪੈਦਾ ਹੋ ਗਿਆ ਉਦੋਂ ਤੋਂ ਲੈ ਕੇ ਮਨ ਵਿੱਚ ਇੱਕ ਚਾਹ ਹੁੰਦਾ, ਮੇਰਾ ਪੁੱਤਰ ਕਦੋਂ ਵੱਡਾ ਹੋਵੇ, ਕਦੋਂ ਵਿਆਹਿਆ ਜਾਵੇ ਤੇ ਕਦੋਂ ਮੈਂ ਆਪਣੇ ਸਿਰ ਉੱਤੇ 2 ਚੁੰਨੀਆਂ ਲੈ ਕੇ ਪਾਣੀ ਵਾਰ ਕੇ ਪੀਵਾਂ। ਮਾਤਾ ਦੀ ਇਹ ਸੱਧਰ ਹੁੰਦੀ ਹੈ ਤੇ ਇਹੀ ਸੱਧਰ ਸੀ ਮਾਤਾ ਜੀਤੋ ਜੀ ਦੀ। ਸੱਚੇ ਪਾਤਸ਼ਾਹ ਹੁਣ ਅਜੀਤ ਸਿੰਘ ਵੱਡਾ ਹੋ ਗਿਆ, ਕਿਰਪਾ ਕਰੋ ਇਹਦੀ ਵਿਆਹ ਮੰਗਣੀ ਕਰ ਦੋ। ਮਹਾਰਾਜ ਕਹਿਣ ਲੱਗੇ ਜੀਤਾ, ਜਦੋਂ ਤੇਰੇ ਪੁੱਤਰ ਦੀ ਵਿਆਹ ਮੰਗਣੀ ਹੋਈ ਨਾ, ਦੁਨੀਆ ਦੇ ਲੋਕ ਖੜਖੜ ਵੇਖਣਗੇ ਵੀ ਅੱਜ ਤੇਰਾ ਅਜੀਤ ਵਿਆਹਣ ਚੱਲਿਆ। ਲੋਕਾਂ ਵਾਂਗੂ ਨਹੀਂ ਮੈਂ ਪੁੱਤਰ ਵਿਆਹਣੇ, ਪੀ ਲੈ ਜੀਤਾ ਪਾਣੀ ਵਾਰ ਕੇ। ਉਹ ਦੁਨੀਆ ਦੇ ਲੋਕ ਤਾਂ ਕਿਵੇਂ, ਕੋਈ ਕਿਵੇਂ ਕਰਦਾ ਵਿਆਹ, ਕੋਈ ਕਿਵੇਂ ਕਰਦਾ, ਪਰ ਤੇਰੇ ਪੁੱਤਰਾਂ ਦੀ ਇਸ ਤਰ੍ਹਾਂ ਨਹੀਂ ਵਿਆਹ ਹੋਣਾ, ਮੰਗਣੀ ਹੋਣੀ ਤੇ 2-2 ਦੀ ਇਕੱਠੀ ਕਰ ਦੂੰਗਾ ਮੈਂ। ਤੇ ਇਹਦੀ ਬਰਾਤ ਬਹੁਤ ਘੱਟ ਜਾਣਗੇ, 5-5 ਜਾਣਗੇ ਬਰਾਤ ਤੇਰੇ ਪੁੱਤਾਂ ਦੀ। ਚਮਕੌਰ ਦੀ ਗੜੀ ਵਿੱਚ ਫਿਰ ਸਿੱਖ ਥੋੜੇ ਸੀ। ਬਾਬਾ ਅਜੀਤ ਸਿੰਘ ਦੇ ਨਾਲ 8 ਸਿੱਖ ਤੋਰੇ ਤੇ ਬਾਬਾ ਜੁਝਾਰ ਸਿੰਘ ਦੇ ਨਾਲ 5 ਹੀ ਸਿੱਖ ਤੋਰੇ ਕੇਵਲ। ਜਾਓ ਅੱਜ ਤੁਹਾਡੀ ਵਿਆਹ ਮੰਗਣੀ ਹੈ। ਇੱਧਰ ਭਾਈ ਭਿਖਾਰੀ ਜੀ ਦੇ ਘਰ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਕੀਰਤਨ ਦੀ ਸਮਾਪਤੀ ਹੋਈ ਤੇ ਸਿੱਖ ਅੰਮ੍ਰਿਤ ਵੇਲੇ ਉਹ ਪਿਆਰ ਦੇ ਵਿੱਚ ਆ ਕੇ ਪੜ ਰਹੇ ਨੇ, ਕਹਿ ਰਹੇ ਨੇ ਸੱਚੇ ਪਾਤਸ਼ਾਹ ਮੇਲ ਲਿਓ ਮਹਾਰਾਜ ਵੇਲਾ ਮਿਲਣੀ ਦਾ, 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 ਮੇਲ ਲਿਓ ਮਹਾਰਾਜ ਵੇਲਾ ਮਿਲਣੀ ਦਾ। ਬੜਾ ਚਾਅ ਸਭ ਨੂੰ ਪਿਆਰ ਵਿੱਚ ਆ ਕੇ ਵਾਜੇ ਗਾਜੇ ਵੱਜੇ, ਬਰਾਤ ਚੜ ਗਈ ਤੇ ਭਾਈ ਭਿਖਾਰੀ ਜੀ ਆਪਣੇ ਆਨੰਦ ਵਿੱਚ ਹੈ। ਜਬ ਰਗ ਖਾਲਸਾ ਰਹੇ ਨਿਆਰਾ, ਉਹ ਆਪਣੇ ਨਿਆਰੇਪਣ ਦੇ ਵਿੱਚ ਹੈ। ਦੁਨੀਆ ਨੇ ਸਭ ਨੇ, ਜਿੰਨੇ ਰਿਸ਼ਤੇਦਾਰ ਆਏ ਸਭ ਨੇ ਖੁਸ਼ੀ ਮਨਾਈ, ਸਭ ਨੇ ਬੜੇ ਪਿਆਰ ਵਿੱਚ ਆ ਕੇ ਸੁੰਦਰ ਵਧੀਆ ਸੁੰਦਰ ਕੱਪੜੇ ਪਾਏ। ਪਰ ਭਾਈ ਭਿਖਾਰੀ ਜੀ ਉਸੇ ਤਰ੍ਹਾਂ ਆਪਣਾ ਜਿਹੜਾ ਉਹ ਕੱਪੜੇ ਪਾਏ ਨੇ, ਇਸ਼ਨਾਨ ਧਿਆਨ ਕਰਕੇ ਤਿਆਰ ਹੋ ਗਿਆ। ਬਾਣੀ ਪੜ੍ਹੀ ਸਤਿਗੁਰ ਦੀ ਤੇ ਭਾਈ ਭਿਖਾਰੀ ਸਭ ਨੂੰ ਜਗਾਉਂਦਾ ਫਿਰਦਾ, ਉੱਠੋ ਅੰਮ੍ਰਿਤ ਵੇਲਾ ਹੋ ਗਿਆ। ਕਹਿੰਦਾ ਫਿਰਦਾ ਭਾਈ ਭਿਖਾਰੀ, ਕਹਿਣ ਲੱਗਾ ਉੱਠੋ ਅੰਮ੍ਰਿਤ ਵੇਲਾ, ਸੱਚ ਨਾਮ ਵਡਿਆਈ ਵਿਚਾਰ। ਭਾਈ ਭਿਖਾਰੀ ਕਹਿੰਦਾ ਪਿਆਰ ਵਿੱਚ ਆ ਕੇ ਸੰਗਤ ਨੂੰ, ਹੋਰ ਰਿਸ਼ਤੇਦਾਰ ਜਿਹੜੇ ਸੰਬੰਧੀ ਨਹੀਂ ਉੱਠੇ ਨਾ, ਉਹਨਾਂ ਨੂੰ ਕਹਿੰਦਾ ਪੜ ਬਾਣੀ ਸਤਿਗੁਰ ਦੀ ਨੀ, ਉੱਠ ਜਾਗ ਮੇਰੀਏ ਜਿੰਦੇ, ਪੜ ਬਾਣੀ ਸਤਿਗੁਰ ਦੀ ਨੀ, ਉੱਠ ਜਾਗ ਮੇਰੀਏ ਜਿੰਦੇ, ਪੜ ਬਾਣੀ ਸਤਿਗੁਰ ਦੀ ਜਾਗ ਮੇਰੀਏ ਜਿੰਦੇ, ਬੋਲੋ ਸਤਿਗੁਰ ਦੀ ਨੀ, ਉੱਠ ਜਾਗ ਮੇਰੀਏ ਜਿੰਦੇ, ਪੜ ਬਾਣੀ ਸਤਿਗੁਰ ਦੀ ਨੀ, ਉੱਠ ਜਾਗ ਮੇਰੀਏ ਜਿੰਦੇ, ਪੜ ਬਾਣੀ ਸਤਿਗੁਰ ਦੀ ਨੀ, ਉੱਠ ਜਾਗ ਮੇਰੀਏ ਜਿੰਦੇ। ਗੁਰੂ ਕਾ ਖਾਲਸੇ ਦਾ ਨਿਆਰਾ ਜੀਵਨ ਇਹੀ ਹੁੰਦਾ ਵੀ ਅੰਮ੍ਰਿਤ ਵੇਲਾ ਹੋਵੇ ਤੇ ਸਿੱਖ ਮੰਜੇ ਨਾਲ ਢੂਹਾ ਲਾ ਕੇ ਪਵੇ, ਉਹ ਨਿਆਰਾ ਪਾਣੀ। ਉਹ ਤਾਂ ਦੁਨੀਆ ਵਰਗਾ ਹੀ ਹੈ ਜਿਵੇਂ ਆਮ, ਠੀਕ ਹੈ ਕਿਰਪਾਨ ਕਰਪੂੰਜੀ ਦਿਖਾਵੇ ਜੇ ਦੀ ਪਾ ਲਈ ਹੋਊਗੀ ਸ਼ਾਇਦ, ਪਰ ਉਹ ਨਿਆਰਾ ਪਾਣੀ ਹੈ ਉਹਦੇ ਵਿੱਚ। ਮਹਾਰਾਜ ਜੀ ਕਹਿਣ ਲੱਗੇ, ਭਾਈ ਭਿਖਾਰੀ ਨੇ ਸਾਰਿਆਂ ਨੂੰ ਜਗਾਇਆ, ਤਿਆਰ ਹੋ ਕੇ ਸਭ ਜਦੋਂ ਬਰਾਤ ਤੁਰ ਪਈ ਘਰ ਦੇ ਵਿੱਚੋਂ, ਭੈਣ ਨੇ ਬੜੇ ਸਗਨ ਕਰੇ, ਮਾਂ ਨੇ ਬੜੇ ਸਗਨ ਕਰੇ। ਹੁਣ ਸਾਰੇ ਤਾਂ ਨਹੀਂ ਹੁੰਦੇ ਇੱਕੋ ਜਿਹੇ। ਭਾਈ ਭਿਖਾਰੀ ਵਰਗਾ ਜੀਵਨ ਸਾਰਿਆਂ ਦਾ ਕਿੱਥੇ ਬਣ ਜੂਗਾ? ਜੇ ਸਾਰਿਆਂ ਦਾ ਜੀਵਨ ਹੁੰਦਾ, ਉਹਨਾਂ ਦੇ ਨਾਂ ਤੇ ਅਲੱਗ-ਅਲੱਗ ਸਖੀਆਂ ਬਣੀਆਂ ਹੁੰਦੀਆਂ।
ਪਰ ਇੱਕੋ ਹੀ ਸੀ ਕੇਵਲ। ਜਿਵੇਂ ਮੈਂ ਪਹਿਲਾਂ ਅਰਜ਼ ਕਰਕੇ ਹਟਿਆ, ਜੰਗਲ ਵਿੱਚ ਇੱਕ ਸ਼ੇਰ ਤੇ ਇੱਕੋ ਹੀ ਗੁਰੂ ਕਾ ਸਿੱਖ ਜਿਹੜਾ ਭਾਣਾ ਮੰਨਣ ਵਾਲਾ ਸੀ। ਭਾਣਾ ਮੰਨਣਾ ਬੜਾ ਔਖਾ ਹੈ, ਕਹਿ ਦੇਣਾ ਸੌਖਾ। ਸੀ ਜਾਂਦੇ ਹਾਂ ਭੋਗਾਂ ਤੇ, ਉੱਥੇ ਸਭ ਨੂੰ ਇਹੀ ਗੱਲ ਆਖੀ, ਭਾਈ ਭਾਣਾ ਮੰਨੋ, ਕੋਈ ਗੱਲ ਨਹੀਂ, ਇਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਦਾ ਭਾਣਾ ਸੀ। ਪਰ ਜਦੋਂ ਭਾਣਾ ਮੰਨਣਾ ਪੈਂਦਾ ਫਿਰ ਬੜਾ ਔਖਾ ਹੁੰਦਾ ਹੈ। ਭਾਣਾ ਮੰਨਿਆ ਮਾਤਾ ਗੁਜਰੀ ਨੇ। ਇੱਕ ਪਾਸੇ ਮਾਤਾ ਗੁਜਰੀ ਜੀ ਉਹ ਠੰਡੇ ਬੁਰਜ ਵਿੱਚ ਬੈਠੇ ਨੇ, ਤੇ ਇੱਕ ਪਾਸੇ ਦੋ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੇ। ਇਹ ਨਹੀਂ ਵੀ ਮਾਤਾ ਨੂੰ ਬੰਦ ਕਰਤਾ ਸੀ, ਵੀ ਉਹ ਸਾਹਿਬਜ਼ਾਦਿਆਂ ਨੂੰ ਕਿਤੇ ਲੁਕੋ ਕੇ ਸ਼ਹੀਦ ਕਰਤਾ, ਨਹੀਂ, ਕਚਹਿਰੀ ਦੇ ਵਿੱਚ ਐਨ। ਤੇ ਤੁਸੀਂ ਗਏ ਹੋਵੋਗੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ, ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਤੇ ਠੰਡਾ ਬੁਰਜ ਕੇਵਲ ਥੋੜਾ ਜਿਹਾ ਫਾਸਲਾ, ਥੋੜਾ ਜਿਹਾ। ਤੇ ਧੰਨ ਸੀ ਮਾਤਾ ਗੁਜਰੀ, ਵੇਖ ਰਹੀ ਸੀ ਸਾਰਾ ਕੁਝ। ਪਹਿਲੇ ਦਿਨ ਮੋੜਤਾ, ਦੂਜੇ ਦਿਨ ਮੋੜਤਾ, ਤੀਜੇ ਦਿਨ ਮੋੜਿਆ ਨਹੀਂ। ਮਾਤਾ ਨੂੰ ਪਤਾ ਸੀ ਅੱਜ ਨਹੀਂ ਮੋੜਨਾ ਇਹਨਾਂ ਨੇ। ਤੇ ਦੇਖੋ ਇਹ ਸਿੱਖੀ ਕਮਾਉਣ ਦੀ ਗੱਲ ਹੈ। ਧੰਨ ਮਾਤਾ, ਇਸ ਕਰਕੇ ਕਿਹਾ ਜਾਂਦਾ ਹੈ ਵੀ ਜਿਹੜਾ ਸਾਡੀਆਂ ਮਾਤਾ ਦਾ ਜਿਹੜਾ ਹਿਰਦਾ ਹੁੰਦਾ ਨਾ, ਬੜਾ ਮਲੇਮ ਹੁੰਦਾ ਹੈ। ਭਾਵ ਉਹਨਾਂ ਤੋਂ ਦੁੱਖ ਨਹੀਂ ਜਿਹੜਾ ਉਹ ਝੱਲ ਹੁੰਦਾ। ਪਰ ਧੰਨ ਮਾਤਾ ਗੁਜਰੀ ਦਾ ਪਤੀ ਵੀ ਸ਼ਹੀਦ, ਅੱਗੇ ਸਹੁਰਾ ਵੀ ਸ਼ਹੀਦ, ਪੁੱਤਰ ਵੀ ਸ਼ਹੀਦ, ਪੋਤੇ ਵੀ ਸ਼ਹੀਦ, ਤੇ ਕਿੱਡਾ ਕੁ ਵੱਡਾ ਜਿਗਰਾ ਹੋਊਗਾ ਉਸ ਮਾਂ ਦਾ। ਤੇ 2 ਹੀ ਫੁੱਲ ਰਹਿੰਦੇ ਸੀ ਮਾਤਾ ਗੁਜਰੀ ਕੋਲੇ, ਅੱਧ ਖਿੜੇ ਫੁੱਲ 2, ਅਜੇ ਪੂਰੇ ਨਹੀਂ ਸੀ ਖਿੜੇ। ਤੇ ਉਹਨਾਂ ਛੋਟੇ ਛੋਟੇ ਫੁੱਲਾਂ ਨੂੰ ਸਾਂਭ ਕੇ ਮਾਤਾ ਛਾਤੀ ਨਾਲ ਲਾ ਕੇ 12 ਪੋਹ ਤੱਕ ਬੈਠੀ ਰਹੀ। ਅੱਜ 13 ਪੋਹ ਦਾ ਅੰਮ੍ਰਿਤ ਵੇਲਾ ਹੈ, ਜਦੋਂ ਸ਼ਹੀਦ ਕਰ ਲੱਗੇ। ਮੈਂ ਗੱਲ ਕਰਦਾ ਸਿੱਖੀ ਕਮਾਉਣ ਦੀ। ਤੇ ਧੰਨ ਮਾਤਾ ਗੁਜਰੀ ਵੇਖ ਰਹੀ ਸੀ ਉੱਤੇ ਖੜ ਕੇ। ਆਓ ਪਿਆਰ ਵਿੱਚ ਕਹੀ ਤਾਰਨਾ ਪੜ੍ਹ ਕੇ ਸਮਾਪਤੀ ਕਰੀ। ਬੇਨਤੀ ਕਰਾਂ ਭਾਈ, ਸੰਕਰਾਂਤ ਕੱਤਕ ਦੀ ਹੈ, 17 ਤਰੀਕ ਦੀ ਤੇ 16 ਤਰੀਕ ਦੀ ਮੱਸਿਆ। ਇਸੇ ਤਰ੍ਹਾਂ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਨਿਆਰਾਪਣ ਦਿਖਾ ਦਈਏ ਲੋਕਾਂ ਨੂੰ ਵੀ ਹਾਂ, ਜੇ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਇਹਨਾਂ ਕੋਲੇ ਨਿਆਰਾਪਣ ਹੈ। ਸ਼ਾਮ ਦਾ ਵਕਤ ਹੋਵੇ ਤੇ ਸਿੱਖ ਰਹਿ ਰਸ ਕਰਦਾ ਹੋਵੇ, ਗੁਰੂ ਘਰ ਜਾ ਕੇ ਰਹਿ ਰਸ ਕਰਦਾ ਹੋਵੇ। ਮਰਜੀ ਕਹਿਣ ਲੱਗੇ ਅੰਮ੍ਰਿਤ ਵੇਲਾ ਹੋਵੇ ਤੇ ਸਿੱਖ ਅੰਮ੍ਰਿਤ ਵੇਲੇ ਜੁੜ ਕੇ ਗੁਰੂ ਦੇ ਚਰਨਾਂ ਵਿੱਚ ਬੈਠੇ, ਤੇ ਦੁਨੀਆ ਦੇ ਲੋਕ ਵੇਖਣ ਵੀ ਇਹਦੇ ਵਿੱਚ ਕੋਈ ਵਧੀਆ ਤਾਕਤ ਹੋਣੀ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਾਂਦੇ ਨੇ, ਇਹਨਾਂ ਨੂੰ ਕੁਝ ਪ੍ਰਾਪਤ ਹੁੰਦਾ ਹੋਊਗਾ। ਨਹੀਂ ਤਾਂ ਕੱਚ ਪਿੱਚ ਬੋਲਣ ਵਾਲੇ ਤਾਂ ਬੜਾ ਕੁਝ ਬੋਲ ਜਾਂਦੇ ਨੇ, ਪਰ ਉਹਨਾਂ ਨੂੰ ਸਭ ਕੁਝ ਇੱਕ ਪਾਸੇ ਕਰਕੇ ਤੇ ਫਿਰ ਗੁਰੂ ਕਾ ਸਿੱਖ ਕਮਾਵੇ ਜਿਹੜਾ ਕੁਝ ਮਾਤਾ ਨੇ ਕਮਾਇਆ ਸੀ। ਤਾਂ ਵਕਤੇ ਖੀਰ ਮੈਂ ਇੱਕ ਧਾਰਨਾ ਪੜ੍ਹਦਾ ਹੁੰਦਾ, ਸਿੱਖੋ ਕਿਤੇ ਭੁੱਲ ਨਾ ਜਾਈਏ, ਉਹ ਦਿਨ ਆਉਣ ਵਾਲੇ ਨੇ। 7 ਰਾਤਾਂ 5 ਪਰਿਵਾਰ ਦੇ ਮੈਂਬਰ 7 ਦਿਨਾਂ ਦੇ ਵਿੱਚ ਜਿਹਦੇ ਚਲੇ ਜਾਣ, ਤੇ ਮਾਛੀਵਾੜੇ ਬੈਠ ਕੇ ਚਰਨਾਂ ਵਿੱਚ ਜੋੜਾ ਨਹੀਂ, ਥੱਲੇ ਕੋਈ ਐ ਵਿਛਾਇਆ ਨਹੀਂ ਕੁਛ ਵੀ, ਫਿਰ ਵੀ ਉੱਥੇ ਪਿਆ ਮਾਛੀਵਾੜੇ ਦੇ ਜੰਗਲਾਂ ਵਿੱਚ ਕਹਿ ਰਿਹਾ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਖਾਲਸਾ ਜੀ, ਉਹ ਮੈਂ ਤਾਂ ਆਪਣਾ ਪਰਿਵਾਰ ਵਾਰ ਦਿੱਤਾ, ਮੈਂ ਸੁੱਖ ਕਿਹਦੀ ਮੰਗਦਾ? ਸੇਵਕ ਸਿੱਖ ਸਭੈ ਕਰਤਾਰਾ। ਮੈਂ ਤਾਂ ਤੁਹਾਡੀ ਸੁੱਖ ਮੰਗਦਾ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਗੁਰੂ ਦੇ ਚਰਨਾਂ ਵਿੱਚ ਆਉਂਦੇ ਹੋ, ਮੈਂ ਤੁਹਾਡੀ ਸੁੱਖ ਮੰਗਦਾ ਹਾਂ। ਤੇ ਧੰਨ ਸੀ ਮਾਤਾ ਗੁਜਰੀ। ਆਓ ਯਾਦ ਕਰੀਏ ਉਸ ਮਾਤਾ ਨੂੰ। ਖੜੀ ਹੈ ਸਾਹਮਣੇ। ਅਸੀਂ ਛੋਟੇ ਛੋਟੇ ਹੁੰਦੇ ਨਾ, ਜਦੋਂ ਮੈਂ 2 ਤੀਜੀ ਵਿੱਚ ਪੜ੍ਹਦਾ ਹੁੰਦਾ, ਉਦੋਂ ਇਹ ਇੱਕ ਮੈਨੂੰ ਲੇਖ ਵੀ ਆਇਆ ਸੀ, ਤੇ ਗੁਰ ਇਤਿਹਾਸ ਦੀ ਵੀ ਨਾਲ ਨਾਲ ਗੱਲ ਹੈ। ਕੀ ਕਹਿੰਦੇ ਨੇ? ਉਹ ਦਾਦੀ ਤਾਂ ਦੇਖਦੀ ਬੁਰਜ ਉੱਤੇ ਖੜ ਕੇ ਵੀ ਹੁੰਦੀਆਂ ਸ਼ਹੀਦ ਜੋੜੀਆਂ, ਦੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ। ਦਾਦੀ ਦੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ। ਬੋਲੋ ਭਾਈ ਸਾਰੇ। ਦੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ। ਮਾਤਾ ਦੇਖਦੀ ਬੁਰਜ ਤੇ
ਖੜ ਕੇ ਬਯੁੰਦੀਆਂ ਸ਼ਹੀਦ ਜੋੜੀਆਂ ਦੀ ਬੁਰਜ ਉੱਤੇ ਖੜ ਕੇ ਸ਼ਹੀਦ ਜੋੜੀਆਂ ਕਦੀ ਬੁਰਜ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਕਦੀ ਬੁਰਜ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੁੜਿਓ। ਬਸ ਬੇਨਤੀ ਯਾਦ ਰੱਖਿਓ ਭਾਈ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ ਜਿਹਦੇ ਵਿੱਚ ਬਹੁਤ ਸੰਗਤਾਂ ਆਪਣੇ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਤਿੰਨੋਂ ਚੀਜ਼ਾਂ ਸਫਲੀਆਂ ਕਰਦੀਆਂ ਨੇ। ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਉਹਨਾਂ ਵੱਲੋਂ ਵੀ ਕੁਝ ਕੁ ਵਸਤੂਆਂ ਲੰਗਰ ਵਾਸਤੇ ਰਾਤ ਪਰਿਵਾਰ ਫੜਾ ਕੇ ਗਿਆ। ਹੋਰ ਵੀ ਬਹੁਤ ਸੰਗਤਾਂ ਨੇ ਜਿਹੜੀਆਂ ਚਲੋ ਜਿਵੇਂ ਜਿਵੇਂ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ, ਨਹੀਂ ਰੁਪਈਆ ਗੀਜੇ ਵਿੱਚੋਂ ਕੱਢਣਾ ਬਹੁਤ ਔਖਾ ਹੈ, ਪਰ ਅਸੀਂ ਆਪਣੇ ਵਾਸਤੇ ਤਾਂ ਨਹੀਂ ਅਰਜ਼ ਕਰਦੇ। ਸਾਡੇ ਵਾਸਤੇ ਤਾਂ ਬੈਠਾ ਹੈ ਪ੍ਰਧਾਨ ਇੰਦਰ ਸਿੰਘ ਜੀ, ਭਾਈ ਦਾਰਾ ਸਿੰਘ ਜੀ। ਇਸ ਕਰਕੇ ਇਹ ਜਿਹੜਾ ਮੈਂ ਇਹ ਗੁਰੂ ਕੀ ਸੰਗਤ ਵਾਸਤੇ ਅਰਜ਼ ਕਰਦਾ। ਲੰਗਰ ਲੰਗਰ ਚੱਲੇ ਗੁਰ ਸ਼ਬਦ ਹਰ, ਕਹਿੰਦੇ 2 ਲੰਗਰ ਚੱਲਦੇ ਨੇ ਆਪਣੇ ਗੁਰੂ ਘਰ ਦੇ ਵਿੱਚ, 2 ਇੱਕ ਪ੍ਰਬੰਧ ਕਰਦੇ ਨੇ, ਇੱਕ ਅਸੀਂ ਲੰਗਰ ਚਲਾਉਨੇ ਅੱਡ। ਉਹ ਕਿਹੜਾ ਪ੍ਰਸ਼ਾਦੇ ਪਾਣੀ ਦਾ ਲੰਗਰ ਸਮੁੱਚੇ ਪ੍ਰਬੰਧਕ ਚਲਾ ਲੈਂਦੇ ਨੇ ਸਾਰੇ, ਭਾਈ ਗੋਬਿੰਦ ਸਿੰਘ ਜੀ, ਭਾਈ ਚਰਨਜੀਤ ਸਿੰਘ ਜੀ, ਹੋਰ ਸਾਰੇ ਰਲ ਮਿਲ ਕੇ, ਭਾਈ ਆ ਸਾਡੇ ਮਿਸਤਰੀ ਸਾਹਿਬ ਜੀ। ਇੱਕ ਲੰਗਰ ਦੀ ਡਿਊਟੀ ਤਾਂ ਇਹਨਾਂ ਦੀ, ਇੱਕ ਦੀ ਸਾਡੀ ਹੈ। ਸਾਡੇ ਵਾਲਾ ਲੰਗਰ ਸੁਦੇਹਾ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦਾ, 4:30 ਵਜੇ ਤੋਂ ਲੈ ਕੇ ਫਿਰ ਲੰਗਰ 10 ਵਜੇ ਤੱਕ ਚੱਲਦਾ। ਕਾਹਦਾ? ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ ਹੈ। ਤੇ ਇੱਕ ਚੱਲਦਾ ਪ੍ਰਸ਼ਾਦੇ ਦਾ ਲੰਗਰ। ਗੁਰੂ ਘਰ ਵਿੱਚ 2 ਹੀ ਲੰਗਰ ਚੱਲਣੇ ਚਾਹੀਦੇ ਨੇ, ਇੱਕ ਸ਼ਬਦ ਦਾ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲਓ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਅੱਜ ਬੜਾ ਗੁਰਦੁਆਰਿਆਂ ਤੇ ਸੋਨਾ ਥੱਪੀ ਜਾਂਦੇ ਨੇ ਲੋਕ, ਉਹ ਪੱਥਰ ਲਾਈ ਜਾਂਦੇ ਨੇ, ਉਹ ਪੱਥਰ ਨਾਲ ਸਿਆਲ 'ਚ ਕੰਮ ਆਉਂਦਾ। ਇਹ ਅਬਦਾਲੀ ਦੀ ਲਾਦ ਹੈ, ਜਿਨ੍ਹਾਂ ਨੇ ਅੱਜ ਗੁਰਦੁਆਰੇ ਬਣਾਉਂਦੇ ਨਾ, ਇਹ ਅਬਦਾਲੀ ਦੀ ਲਾਦ ਹੈ। ਅਬਦਾਲੀ ਨੇ ਗੁਰਦੁਆਰੇ ਢਾਏ ਸੀ, ਉਹਨਾਂ ਦੇ ਅੱਗੇ ਪੋਤੇ ਪੜੋਤੇ ਤੁਰੇ ਆਉਂਦੇ ਨੇ ਜਿਹੜੇ ਅੱਜ ਬਣਾ ਰਹੇ। ਪਹਿਲੇ ਇਹਨਾਂ ਨੇ ਢਾਏ ਸੀ, ਅੱਜ ਪੱਥਰ ਲਾ ਲਾ ਕੇ ਗੁਰਦੁਆਰਿਆਂ ਦੇ ਵਿੱਚੋਂ ਪੱਥਰ ਵਰਗਾ ਹਿਰਦਾ ਹੋ ਜਾਂਦਾ। ਜੋ ਪੱਥਰ ਤੇ ਤੁਰਦੇ ਆ ਨਾ, ਪੱਥਰ ਵਰਗਾ ਹੀ ਹਿਰਦਾ ਹੋ ਜਾਂਦਾ। ਪਰ ਗੁਰਦੁਆਰੇ ਦੇ ਵਿੱਚੋਂ ਜੇ ਗੁਰੂ ਘਰ ਦੀ ਇਮਾਰਤ ਬਣੀ ਹੈ ਤਾਂ ਉਹਦੇ ਵਿੱਚੋਂ ਸਿੱਖੀ ਦੀ ਆਵਾਜ਼ ਆਵੇ ਰੋਜ਼ਾਨਾ, ਸਿੱਖੀ ਦਾ ਸਕੂਲ ਲੱਗੇ ਰੋਜ਼ਾਨਾ। ਇਸ ਕਰਕੇ ਆਵਾਜ਼ ਸਿੱਖੀ ਦੀ ਆਉਂਦੀ ਨਹੀਂ ਹੈ। ਉੱਥੇ ਪੱਥਰ ਲਾਤਾ, ਵੱਡੀ ਇਮਾਰਤ ਬਣਾਤੀ, ਤੇ ਬਾਹਰ ਜੀ ਕਹਿਣ ਲੱਗੇ ਸਿੱਖਾ ਇਹਦਾ ਕੋਈ ਫਾਇਦਾ ਨਹੀਂ। ਉੱਥੇ ਸ਼ਬਦ ਦਾ ਲੰਗਰ ਨਹੀਂ ਨਾ ਜਿੱਥੇ ਚੱਲਦਾ, ਉਸ ਗੁਰੂ ਘਰ ਦਾ ਵੀ ਕੋਈ ਫਾਇਦਾ ਨਹੀਂ। ਰਾਮ ਕਲੀ ਮਹੱਲਾ ਤੀਜਾ। ਨੰਦ ਓੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ।